ਜਿਹਦੇ ਵਿੱਚ 12 ਬੰਦੇ ਜਿਹੜੇ ਹਨ, ਕੁੱਲ 17 ਮੈਂਬਰ ਹੁੰਦੇ ਹਨ। ਉਹਨਾਂ 'ਚੋਂ 12 ਮੈਂਬਰ ਮਹਾਰਾਸ਼ਟਰ ਦੀ ਸਰਕਾਰ ਨਾਮਜ਼ਦ ਕਰੇਗੀ, 2 ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ 3 ਮੈਂਬਰ ਜਿਹੜੇ ਉੱਥੋਂ ਇਲੈਕਟਡ ਹੋ ਕੇ ਆਉਂਦੇ ਹਨ, ਉਹ ਹੋ ਕੇ 17 ਮੈਂਬਰੀ ਬਣਾਉਣਗੇ। ਇਹਦਾ ਮਤਲਬ ਸਾਫ਼ ਹੋ ਗਿਆ ਕਿ ਤਖਤ ਹਜ਼ੂਰ ਸਾਹਿਬ ਦਾ ਜਿਹੜਾ ਬੋਰਡ ਹੈ ਉਹ ਨਰੋਲ ਮਹਾਰਾਸ਼ਟਰ ਸਰਕਾਰ ਦੇ ਅੰਡਰ ਰਹੇਗਾ। ਉਹਨਾਂ ਵੱਲੋਂ ਨਾਮੀਨੇਟਡ ਕੀਤੇ ਹੋਏ ਮੈਂਬਰ ਹੀ ਉੱਥੇ ਮੈਂਬਰ ਬਣ ਸਕਣਗੇ, ਬਾਕੀ ਸਾਰਿਆਂ ਦੀ ਛੁੱਟੀ ਹੋ ਗਈ। ਮਹਾਰਾਸ਼ਟਰ ਸਰਕਾਰ ਫੌਰਨ ਇਸ ਜਿਹੜਾ ਐਕਟ ਹੈ ਇਸ ਨੂੰ ਵਾਪਸ ਲਵੇ। 1956 ਦੇ ਐਕਟ ਵਿੱਚ ਅਗਰ ਕੋਈ ਤਬਦੀਲੀ ਕਰਨੀ ਹੈ, ਉਹ ਸ਼੍ਰੋਮਣੀ ਕਮੇਟੀ ਔਰ ਸ਼੍ਰੋਮਣੀ ਅਕਾਲੀ ਦਲ ਤੋਂ ਬਗੈਰ ਬਿਲਕੁਲ ਨਹੀਂ ਹੋਣੀ ਚਾਹੀਦੀ। ਜਿਹੜਾ ਇੱਕ ਵਾਅਦਾ ਆਜ਼ਾਦੀ ਤੋਂ ਬਾਅਦ ਲਿਖਤ ਸਮਝੌਤਾ ਨਹਿਰੂ ਤਾਰਾ ਸਿੰਘ ਪੈਕਟ ਹੋਇਆ, ਉਸ 'ਤੇ ਅਮਲ ਕਰਨਾ ਚਾਹੀਦਾ ਹੈ। ਅੱਜ ਮੈਨੂੰ ਸਵੇਰੇ ਮੈਂ ਇੱਕ ਵੀਡੀਓ ਦੇਖੀ ਜਿਹਦੇ ਵਿੱਚ ਤਖਤ ਸ੍ਰੀ ਹਜ਼ੂਰ ਸਾਹਿਬ ਦੇ ਵਿੱਚ ਅਰਦਾਸੀਆ ਸਿੰਘਾਂ ਵੱਲੋਂ ਅਰਦਾਸ ਕੀਤੀ ਗਈ ਹੈ ਕਿ ਇਹ ਜੋ ਐਕਟ ਬਣਿਆ ਹੈ ਇਸ ਨੂੰ ਅਸੀਂ ਪੂਰੀ ਤਰ੍ਹਾਂ ਰੱਦ ਕਰਦੇ ਹਾਂ ਔਰ ਬਿਲਕੁਲ ਨਹੀਂ ਮੰਨਦੇ। ਔਰ ਇਹਦੇ ਵਿੱਚ ਅਸੀਂ ਰੋਸ ਮਾਰਚ ਕੱਢ ਰਹੇ ਹਾਂ, ਜਿਹਦੇ ਸਮੁੱਚਾ ਸਿੱਖ ਜਗਤ ਸ਼ਾਮਲ ਹੋਵੇ। ਮੈਂ ਉਹਨਾਂ ਦੇ ਜਿਹੜੇ ਹਜ਼ੂਰ ਸਾਹਿਬ ਦੇ ਗ੍ਰੰਥੀ ਸਭਾਨ ਜਥੇਦਾਰ ਸਭਾਨ ਹਨ, ਉਹਨਾਂ ਦੇ ਇਸ ਫੈਸਲੇ ਦੀ ਦੱਬ ਕੇ ਪ੍ਰੋੜਤਾ ਕਰਦਾ ਹਾਂ ਔਰ ਉਹਨਾਂ ਨੇ ਇਸ ਸੰਦਰਭ ਦੇ ਵਿੱਚ ਬਿਲਕੁਲ ਸਹੀ ਵਕਤ ਲਿਆ। ਮੈਂ ਸਮੁੱਚੇ ਸਿੱਖ ਜਗਤ ਨੂੰ ਅਪੀਲ ਕਰਾਂਗਾ, ਆਪਣੀਆਂ ਸਿੰਘ ਸਭਾਵਾਂ ਰਾਹੀਂ, ਆਪਣੀਆਂ ਜਥੇਬੰਦੀਆਂ ਰਾਹੀਂ ਤੁਸੀਂ ਹਿੰਦੁਸਤਾਨ ਦੀ ਮਹਾਰਾਸ਼ਟਰ ਸਰਕਾਰ ਨੂੰ ਇਹ ਅਪੀਲ ਕਰੋ ਕਿ ਆਪਣੇ ਇਸ ਜਿਹੜਾ ਐਕਟ ਹੈਗਾ ਉਸ ਨੂੰ ਵਾਪਸ ਲਵੇ ਔਰ ਸਿੱਖਾਂ ਦੇ ਮਨਾਂ ਦੇ ਵਿੱਚ ਖਰਾਬੀ ਲਿਆਉਣ ਦੀ ਗੱਲ ਨਾ ਕਰੇ। ਅੱਗੇ ਹੀ ਬਹੁਤ ਪਾਣੀ ਵਗ ਚੁੱਕਾ ਹੈ ਔਰ ਪਾਣੀ ਵਗਾਉਣ ਦੀ ਕੋਸ਼ਿਸ਼ ਨਾ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਸਾਧ ਸੰਗਤ ਜੀ, 5 ਦਿਨ ਪਹਿਲਾਂ ਮਹਾਰਾਸ਼ਟਰ ਸਰਕਾਰ ਨੇ ਤਖਤ ਸ੍ਰੀ ਹਜ਼ੂਰ ਸਾਹਿਬ ਦੀ ਪ੍ਰਬੰਧਕ ਕਮੇਟੀ ਦੀ ਜਿਹੜੀ 1956 'ਚ ਬਣਿਆ ਸੀ ਐਕਟ, ਉਸ ਨੂੰ ਤੋੜ ਕੇ ਇੱਕ ਨਵਾਂ ਬਣਾਇਆ, ਜਿਹਦੇ ਵਿੱਚ 12 ਬੰਦੇ ਜਿਹੜੇ ਹਨ, ਕੁੱਲ 17 ਮੈਂਬਰ ਹੁੰਦੇ ਹਨ। ਉਹਨਾਂ 'ਚੋਂ 12 ਮੈਂਬਰ ਮਹਾਰਾਸ਼ਟਰ ਦੀ ਸਰਕਾਰ ਨਾਮਜ਼ਦ ਕਰੇਗੀ, 2 ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ 3 ਮੈਂਬਰ ਜਿਹੜੇ ਉੱਥੋਂ ਇਲੈਕਟਡ ਹੋ ਕੇ ਆਉਂਦੇ ਹਨ, ਉਹ ਹੋ ਕੇ 17 ਮੈਂਬਰੀ ਬਣਾਉਣਗੇ। ਇਹਦਾ ਮਤਲਬ ਸਾਫ਼ ਹੋ ਗਿਆ ਕਿ ਤਖਤ ਹਜ਼ੂਰ ਸਾਹਿਬ ਦਾ ਜਿਹੜਾ ਬੋਰਡ ਹੈ ਉਹ ਨਰੋਲ ਮਹਾਰਾਸ਼ਟਰ ਸਰਕਾਰ ਦੇ ਅੰਡਰ ਰਹੇਗਾ। ਉਹਨਾਂ ਵੱਲੋਂ ਨਾਮੀਨੇਟਡ ਕੀਤੇ ਹੋਏ ਮੈਂਬਰ ਹੀ ਉੱਥੇ ਮੈਂਬਰ ਬਣ ਸਕਣਗੇ, ਬਾਕੀ ਸਾਰਿਆਂ ਦੀ ਛੁੱਟੀ ਹੋ ਗਈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪਹਿਲੇ 4 ਮੈਂਬਰ ਹੁੰਦੇ ਸਨ। ਚੀਫ ਖਾਲਸਾ ਦੀਵਾਨ ਦਾ ਇੱਕ ਹੁੰਦਾ ਸੀ, 2 ਹਜ਼ੂਰੀਆ ਸਾਹਿਬ ਦੇ ਹੁੰਦੇ ਸਨ। ਮੈਂ ਇਸ ਗੱਲ 'ਚ ਨਹੀਂ ਪੈਣਾ ਚਾਹੁੰਦਾ, ਮੈਂ ਇਹ ਬੇਨਤੀ ਕਰਨੀ ਚਾਹੁੰਦਾ ਕਿ ਹਿੰਦੁਸਤਾਨ ਦੀ ਆਜ਼ਾਦੀ ਤੋਂ ਬਾਅਦ ਸਿੱਖਾਂ ਦੇ ਕਿਸੇ ਵੀ ਮਸਲੇ ਬਾਰੇ ਨਹਿਰੂ ਤਾਰਾ ਸਿੰਘ ਪੈਕਟ ਹੋਇਆ ਸੀ, ਜਿਹਦੇ ਵਿੱਚ ਉਸ ਵਕਤ ਦੀ ਸਰਕਾਰ ਨੇ, ਕਾਂਗਰਸ ਦੀ ਸਰਕਾਰ ਨੇ, ਪੰਡਿਤ ਨਹਿਰੂ ਨੇ ਇਹ ਵਾਅਦਾ ਕੀਤਾ ਸੀ ਸਿੱਖਾਂ ਨਾਲ, ਮਾਸਟਰ ਤਾਰਾ ਸਿੰਘ ਨਾਲ ਲੜ ਕਰਕੇ ਕੋਈ ਵੀ ਸਿੱਖਾਂ ਦੇ ਮਸਲੇ ਜਿਹੜੇ ਹਨ ਉਹ ਸਿੱਖਾਂ ਦੀ ਮਰਜ਼ੀ ਦੇ ਬਗੈਰ ਬਿਲਕੁਲ ਬਣਾਏ ਜਾਣਗੇ। ਉਹ ਮਸਲੇ ਭਾਵੇਂ ਕਿਸੇ ਕਿਸਮ ਦੇ ਹੋਣ, ਭਾਵੇਂ ਕਮੇਟੀਆਂ ਹੋਣ, ਭਾਵੇਂ ਕੁਝ ਹੋਵੇ। ਪਰ ਜਦ ਦਿੱਲੀ ਸਿੱਖ ਗੁਰਦੁਆਰਾ ਐਕਟ ਬਣਿਆ ਸੀ, ਤਦ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਸ਼੍ਰੋਮਣੀ ਅਕਾਲੀ ਦਲ ਕੋਲ ਰਾਏ ਲੈ ਕੇ ਬਣਾਈ ਗਈ ਸੀ। ਔਰ ਇਹਦੇ ਇੱਕ ਕਲਾਸ ਜਿੱਦਾਂ ਮੈਂ ਹਾਲੇ ਜ਼ਿਕਰ ਨਹੀਂ ਕਰਨਾ ਚਾਹੁੰਦਾ, ਉਹ ਟੋੜਾ ਸਾਹਿਬ ਦੇ ਕਹਿਣ ਦੇ ਉੱਤੇ ਉਹਨਾਂ ਨੇ ਪਾਈ ਸੀ। ਮੇਰੀ ਇਸ ਵਕਤ ਬੇਨਤੀ ਹੈਗੀ ਕਿ ਇਸ ਵਕਤ ਅਸੀਂ ਬੜੇ ਨਾਜ਼ੁਕ ਦੌਰ ਤੋਂ ਗੁਜ਼ਰ ਰਹੇ ਹਾਂ ਔਰ ਤਖਤ ਸ੍ਰੀ ਹਜ਼ੂਰ ਸਾਹਿਬ ਦਾ ਬੋਰਡ ਭੰਗ ਕਰਕੇ ਜਿਹੜੀ ਨਵੀਂ ਕਮੇਟੀ ਬਣਾਈ ਗਈ ਹੈ, ਬੋਰਡ ਬਣਾਇਆ ਗਿਆ, ਜਿਹਦੇ ਵਿੱਚ 12 ਮੈਂਬਰ ਮਹਾਰਾਸ਼ਟਰ ਸਰਕਾਰ ਦੇ ਹੋਣਗੇ। ਮਹਾਰਾਸ਼ਟਰ ਸਰਕਾਰ ਫੌਰਨ ਇਸ ਜਿਹੜਾ ਐਕਟ ਹੈ ਇਸ ਨੂੰ ਵਾਪਸ ਲਵੇ। 1956 ਦੇ ਐਕਟ ਵਿੱਚ ਅਗਰ ਕੋਈ ਤਬਦੀਲੀ ਕਰਨੀ ਹੈ, ਉਹ ਸ਼੍ਰੋਮਣੀ ਕਮੇਟੀ ਔਰ ਸ਼੍ਰੋਮਣੀ ਅਕਾਲੀ ਦਲ ਤੋਂ ਬਗੈਰ ਬਿਲਕੁਲ ਨਹੀਂ ਹੋਣੀ ਚਾਹੀਦੀ। ਜਿਹੜਾ ਇੱਕ ਵਾਅਦਾ ਆਜ਼ਾਦੀ ਤੋਂ ਬਾਅਦ ਲਿਖਤ ਸਮਝੌਤਾ ਨਹਿਰੂ ਤਾਰਾ ਸਿੰਘ ਪੈਕਟ ਹੋਇਆ, ਉਸ 'ਤੇ ਅਮਲ ਕਰਨਾ ਚਾਹੀਦਾ ਹੈ। ਅੱਜ ਮੈਨੂੰ ਸਵੇਰੇ ਮੈਂ ਇੱਕ ਵੀਡੀਓ ਦੇਖੀ ਜਿਹਦੇ ਵਿੱਚ ਤਖਤ ਸ੍ਰੀ ਹਜ਼ੂਰ ਸਾਹਿਬ ਦੇ ਵਿੱਚ ਅਰਦਾਸੀਆ ਸਿੰਘਾਂ ਵੱਲੋਂ ਅਰਦਾਸ ਕੀਤੀ ਗਈ ਹੈ ਕਿ ਇਹ ਜੋ ਐਕਟ ਬਣਿਆ ਹੈ ਇਸ ਨੂੰ ਅਸੀਂ ਪੂਰੀ ਤਰ੍ਹਾਂ ਰੱਦ ਕਰਦੇ ਹਾਂ ਔਰ ਬਿਲਕੁਲ ਨਹੀਂ ਮੰਨਦੇ। ਔਰ ਇਹਦੇ ਵਿੱਚ ਅਸੀਂ
ਰੋਸ ਮਾਰਚ ਕੱਢ ਰਹੇ ਹਾਂ ਜਿਹਦੇ ਸਮੁੱਚਾ ਸਿੱਖ ਜਗਤ ਸ਼ਾਮਲ ਹੋਵੇ। ਮੈਂ ਉਹਨਾਂ ਦੇ ਜਿਹੜੇ ਹਜ਼ੂਰ ਸਾਹਿਬ ਦੇ ਗ੍ਰੰਥੀ ਸਭਾਨ ਜਥੇਦਾਰ ਸਭਾਨ ਹਨ, ਉਹਨਾਂ ਦੇ ਇਸ ਫੈਸਲੇ ਦੀ ਦੱਬ ਕੇ ਪ੍ਰੋੜਤਾ ਕਰਦਾ ਹਾਂ ਔਰ ਉਹਨਾਂ ਨੇ ਇਸ ਸੰਦਰਭ ਦੇ ਵਿੱਚ ਬਿਲਕੁਲ ਸਹੀ ਵਕਤ ਲਿਆ। ਮੈਂ ਸਮੁੱਚੇ ਸਿੱਖ ਜਗਤ ਨੂੰ ਅਪੀਲ ਕਰਾਂਗਾ, ਆਪਣੀਆਂ ਸਿੰਘ ਸਭਾਵਾਂ ਰਾਹੀਂ, ਆਪਣੀਆਂ ਜਥੇਬੰਦੀਆਂ ਰਾਹੀਂ ਤੁਸੀਂ ਹਿੰਦੁਸਤਾਨ ਦੀ ਮਹਾਰਾਸ਼ਟਰ ਸਰਕਾਰ ਨੂੰ ਇਹ ਅਪੀਲ ਕਰੋ ਕਿ ਆਪਣੇ ਇਸ ਜਿਹੜਾ ਐਕਟ ਹੈਗਾ ਉਸ ਨੂੰ ਵਾਪਸ ਲਵੇ ਔਰ ਸਿੱਖਾਂ ਦੇ ਮਨਾਂ ਦੇ ਵਿੱਚ ਖਰਾਬੀ ਲਿਆਉਣ ਦੀ ਗੱਲ ਨਾ ਕਰੇ। ਅੱਗੇ ਹੀ ਬਹੁਤ ਪਾਣੀ ਵਗ ਚੁੱਕਾ ਹੈ ਔਰ ਪਾਣੀ ਵਗਾਉਣ ਦੀ ਕੋਸ਼ਿਸ਼ ਨਾ ਕਰਨਾ। ਮੈਨੂੰ ਉਮੀਦ ਹੈ ਕਿ ਸਾਰੇ ਕਮੇਟੀਆਂ ਇਸ ਮਾਮਲੇ ਦੇ ਵਿੱਚ ਸਿੱਖ ਪੰਥ ਨਾਲ ਖੜੀਆਂ ਹੋਣਗੀਆਂ ਔਰ ਉਹਨਾਂ ਨੂੰ ਮਜਬੂਰ ਕਰਨਗੀਆਂ ਕਿ ਇਹ ਐਕਟ ਵਾਪਸ ਫੌਰਨ ਲਿਆ ਜਾਵੇ ਔਰ ਸਿੱਖਾਂ ਦੇ ਹਿਰਦੇ ਸ਼ਾਂਤ ਕੀਤੇ ਜਾਏ। ਕਿਸੇ ਵੀ ਕਾਸਟ 'ਤੇ ਆਪਣੇ ਗੁਰਦੁਆਰਿਆਂ ਦੇ ਉੱਤੇ ਭਾਵੇਂ ਤਖ਼ਤ ਸਭਾਨ ਹਨ ਜਾਂ ਹੋਰ ਪ੍ਰਬੰਧਕ ਕਮੇਟੀਆਂ ਹਨ, ਸਿੱਖ ਕਿਸੇ ਸਰਕਾਰੀ ਦਖਲਅੰਦਾਜ਼ੀ ਨੂੰ ਬਿਲਕੁਲ ਬਰਦਾਸ਼ਤ ਨਹੀਂ ਕਰਨਗੇ। ਇਹ ਗੱਲ ਪੱਲੇ ਬੰਨ੍ਹ ਲੈਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ